क्या मोह लै बोलहै गुण विहोण। नाम जपया ना तेरा, क्या मोह लै बोलहै गुण विहोण। नाम जपया ना तेरा। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਬੂਝ ਅੰਧਕਾਰ ਡਾਰਕਨੈਸ ਮਨ ਦੇ ਹਨੇਰੇ ਨੂੰ ਦੂਰ ਕਰ। ਪਰਵਤਗਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ, ਸਾਂਝੇ ਰਹਿਬਰ, ਮਨੁੱਖਤਾ ਦਾ ਭਲਾ ਕਰਨ ਵਾਲੇ ਸ਼ਬਦਾ ਅਵਤਾਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ, ਜਿੱਥੇ ਅਸੀਂ ਸਾਰੇ ਤਨ ਕਰਕੇ ਮਨ ਦਾ ਟਿਕਾ ਬਣਾਈਏ। ਰਸਨਾ ਨੂੰ ਸਫਲਾ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਗੁਰੂ ਸ਼ਬਦ ਨਾਲ ਜੁੜੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਜਾਂ ਕਉ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਹਰ ਵਿਸਰਤ ਸਹਿਸਾ ਦੁਖ ਵਿਆਪੈ, ਸਿਮਰਤ ਨਾਮ ਭਰਮ ਭਉ ਭਾਗੈ। ਹਰ ਬਿਸਰਤ ਸਹਿਸਾ ਦੁਖ ਵਿਆਪੈ, ਸਿਮਰਤ ਨਾਮ ਭਰਮ ਭਉ ਭਾਗੈ। ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ, ਜੋ ਹੁਣੇ ਗੁਰੂ ਕੇ ਕੀਰਤਨੀ ਇਸੇ ਸ਼ਬਦ ਦੀ ਟੇਕ ਬਣਾਈ ਸੀ, ਜਿਨ੍ਹਾਂ ਨੇ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ। ਇਸ ਨੂੰ ਅਸਥਾਈ ਬਣਾ ਕੇ ਵਾਰ-ਵਾਰ ਗਾ ਕੇ ਸਾਨੂੰ ਸੁਣਾ ਰਹੇ ਸਨ। ਉਦੋਂ ਪਹਿਲਾਂ ਸ਼ਬਦ ਆਪ ਨੇ ਗਾਇਨ ਕੀਤਾ, ਔਖੀ ਘੜੀ ਨਾ ਦੇਖਣ ਦੇਈ। ਹੁਣ ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਸਤਿਗੁਰੂ ਜੀ ਕੀ ਸਮਝਾ ਰਹੇ ਨੇ, ਸਾਨੂੰ ਸੋਝੀ ਕੀ ਕਰਾ ਰਹੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਹਰ ਬਿਸਰਤ, ਹਰ ਪਰਮਾਤਮਾ, ਬਿਸਰਤ ਤੋਂ ਭਾਵ ਹੈ ਵਿਸਾਰਨਾ, ਭੁਲਾਉਣਾ। ਤੇ ਅੱਗੇ ਆ ਗਿਆ ਸਿਮਰਤ ਨਾਮ ਭਰਮ ਭਉ ਭਾਗੈ। ਜਿਹੜਾ ਉਸ ਨੂੰ ਵਿਸਾਰ ਦਿੰਦਾ ਹੈ, ਉਹਦੇ ਅੰਦਰ ਸਹਿਸਾ, ਤੇ ਜਿਹੜਾ ਉਸ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਅੱਗੇ ਅਗਲੀ ਪੰਕਤੀ ਵਿੱਚ ਆ ਰਿਹਾ ਭਰਮ ਭਉ ਭਾਗੈ। ਹੁਣ ਭਰਮ ਕੀ ਹੈ ਤੇ ਸਹਿਸਾ ਕੀ ਹੈ, ਤੇ ਜਿਹੜੇ ਵਿਸਾਰਦੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ, ਤੇ ਜਿਹੜੇ ਵਿਸਾਰਦੇ ਨਹੀਂ ਉਹਨਾਂ ਨੂੰ ਰੱਬ ਉਹਨਾਂ ਉੱਤੇ ਕਿਵੇਂ ਮਹਿਰਮਤ ਕਰਦਾ ਹੈ। ਹੁਣ ਆਪਾਂ ਇਸ ਨੂੰ ਥੋੜਾ ਜਿਹਾ ਪੜਚੋਲਣਾ ਹੈ, ਧਿਆਨ ਦੇਣਾ ਪੈਣਾ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਹਰ ਬਿਸਰਤ, ਹਰ ਪਰਮਾਤਮਾ, ਵਿਸਰਤ ਭੁਲਾਉਣਾ। ਹੁਣ ਇਸੇ ਸ਼ਬਦ ਨੂੰ ਖੋਲ੍ਹਣ ਵਾਸਤੇ ਹੋਰ ਸ਼ਬਦਾਂ ਦਾ ਸਾਨੂੰ ਸਹਾਰਾ ਲੈਣਾ ਪੈਣਾ, ਗੁਰਬਾਣੀ ਵਿੱਚੋਂ ਲਵਾਂਗੇ। ਹਰ ਬਿਸਰਤ ਸਦਾ ਖੁਆਰੀ। ਆਹ ਕਈ ਵਾਰੀ ਹੁਕਮਨਾਮਾ ਵੀ ਆਪਾਂ ਨੂੰ ਆਉਂਦਾ, ਆਪਾਂ ਪੜ੍ਹਦੇ ਹਾਂ ਸੁਣਦੇ ਹਾਂ। ਹਰ ਬਿਸਰਤ ਸਦਾ ਖੁਆਰੀ,
ਖੁਆਰੀ ਕਿਹਨੂੰ ਕਹਿੰਦੇ ਨੇ? ਖੁਆਰ ਹੋਣਾ। ਸਵੇਰ ਤੋਂ ਲੈ ਕੇ ਮਨੁੱਖ ਘਰੋਂ ਨਿਕਲਿਆ ਹੋਵੇ, ਜਿਸ ਕੰਮ ਲਈ ਗਿਆ ਹੋਵੇ ਉਹ ਕੰਮ ਨਾ ਹੋਵੇ, ਸਾਰਾ ਦਿਨ ਲਾ ਕੇ ਘਰ ਆ ਜਾਵੇ ਤੇ ਘਰ ਆ ਕੇ ਪਰਿਵਾਰ ਦੇ ਵਿੱਚ ਪਤਾ ਅਫਸੋਸ ਕਰਦਾ ਹੈ, ਦੁੱਖ ਮਨਾਉਂਦਾ ਹੈ। ਕਹਿੰਦਾ ਹੈ ਨਿਆਣਿਆਂ ਨੂੰ ਪਰਿਵਾਰ ਵਿੱਚ ਬਹਿ ਕੇ, ਅੱਜ ਦਾ ਦਿਨ ਤੇ ਮੇਰਾ ਸਾਰਾ ਖੱਜਲ ਖੁਆਰੀ ਹੋ ਗਿਆ, ਅੱਜ ਤੇ ਮੈਂ ਸਾਰਾ ਦਿਨ ਖੱਜਲ ਖੁਆਰ ਹੁੰਦਾ ਰਿਹਾ, ਅੱਜ ਦਾ ਦਿਨ ਜਿਹੜਾ ਹੈ ਨਾ ਮੇਰਾ ਖੱਜਲ ਖੁਆਰੀ ਵਿੱਚ ਲੰਘ ਗਿਆ। ਹੁਣ ਇਹ ਉਦਾਹਰਣ ਹੈ ਸਿਰਫ ਮਨੁੱਖ ਨੂੰ ਸਮਝਾਉਣ ਵਾਸਤੇ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਕੰਮ ਜਿਹੜੇ ਗਿਆ ਸੀ, ਜਿਸਨੂੰ ਮਿਲਣਾ ਸੀ ਉਹ ਮਿਲਿਆ ਨਹੀਂ, ਉਹਦੀ ਵੇਟ ਕਰ ਕਰਕੇ ਭੁੱਖਾ ਭਾਣਾ ਰਹਿ ਕੇ ਜਦੋਂ ਵਾਪਸ ਮੁੜਿਆ ਤੇ ਘਰ ਵਿੱਚ ਆ ਕੇ ਅਫਸੋਸ ਕੀਤਾ ਕਿ ਅੱਜ ਦਾ ਦਿਨ ਮੇਰਾ ਸਾਰਾ ਖੱਜਲ ਖੁਆਰੀ ਵਿੱਚ ਲੰਘ ਗਿਆ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬੰਦਿਆ ਇੱਕ ਦਿਨ ਤੇਰਾ ਖੱਜਲ ਖੁਆਰੀ ਵਿੱਚ ਲੰਘ ਗਿਆ, ਬੜਾ ਅਫਸੋਸ ਕਰਦਾ ਹੈ, ਪਰ ਧਿਆਨ ਕਦੀ ਦਿੱਤਾ? ਇਹ 45 46 47 ਸਾਲ 50 ਸਾਲ ਤੇਰੀ ਉਮਰ ਜਿਹੜੀ ਹੈ ਉਹ ਖੱਜਲ ਖੁਆਰੀ ਵਿੱਚ ਲੰਘ ਗਈ ਹੈ, ਕਦੀ ਖਿਆਲ ਕੀਤਾ ਹੀ? ਹੁਣ ਜਿਸ ਕੰਮ ਲਈ ਮਨੁੱਖ ਆਇਆ ਸੀ ਉਹ ਕੰਮ ਬਣਿਆ ਨਹੀਂ, ਉਹ ਕੰਮ ਹੋਇਆ ਨਹੀਂ, ਉਹਨੂੰ ਮਹਿਸੂਸ ਹੋ ਰਿਹਾ, ਉਹਦਾ ਹਿਰਦਾ ਅੰਦਰ ਕਹਿ ਰਿਹਾ ਹੈ ਕਿ ਅੱਜ ਦਾ ਦਿਨ ਮੇਰਾ ਖੱਜਲ ਖੁਆਰ ਹੋ ਗਿਆ। ਤੇ ਧਿਆਨ ਦੇਈ, ਜਦੋਂ ਤੂੰ ਸੰਸਾਰ ਦੇ ਵਿੱਚ ਆਇਆ ਸੀ ਨਿਰੰਕਾਰ ਦੇ ਘਰੋਂ, ਉਦੋਂ ਇਹ ਕਹਿੰਦਾ ਸੀ, ਦਾਤਿਆ ਮੈਂ ਸੰਸਾਰ ਵਿੱਚ ਚੱਲਿਆ ਵਾਂ, ਮੈਨੂੰ ਤੂੰ ਮਨੁੱਖਾ ਜਨਮ ਦਿੱਤਾ ਹੈ, ਮੈਨੂੰ ਬੰਦਾ ਬਣਾਇਆ ਹੈ ਤੇ ਮੈਂ ਬੰਦਗੀ ਕਰਾਂਗਾ, ਮੈਂ ਸੰਸਾਰ ਵਿੱਚ ਨਿਰੰਕਾਰ ਜੀ ਤੁਹਾਡਾ ਨਾਮ ਜਪਾਂਗਾ, ਵਾਹਿਗੁਰੂ ਦਾ ਸਿਮਰਨ ਕਰਾਂਗਾ, ਮੈਂ ਬੰਦਿਆਂ ਵਾਲੇ ਕੰਮ ਕਰਾਂਗਾ। ਪਰ ਜਦੋਂ ਘਰੋਂ ਆਇਆ ਹੈ ਤੇ ਸਵੇਰ ਤੱਕ ਬਾਹਰ ਰਿਹਾ, ਸ਼ਾਮ ਨੂੰ ਵਾਪਸ ਮੁੜਿਆ, ਉਹਨੂੰ ਯਾਦ ਸੀ ਕਿ ਮੈਂ ਕੰਮ ਕਰਨ ਆਇਆ ਸੀ, ਨਹੀਂ ਹੋਇਆ। ਪਰ ਜਦੋਂ ਮਨੁੱਖ ਜਨਮ ਲੈ ਕੇ ਸੰਸਾਰ ਵਿੱਚ ਆਇਆ, ਜਿਹੜਾ ਕਾਰਜ ਕਰਨ ਆਇਆ ਸੀ ਉਹਨੂੰ ਭੁੱਲ ਗਿਆ, ਤੇ ਤਾਂ ਉਹਨੂੰ ਮਹਿਸੂਸ ਨਹੀਂ ਹੋ ਰਿਹਾ, ਤਾਂ ਉਹਨੂੰ ਚਿੰਤਾ ਨਹੀਂ ਲੱਗ ਰਹੀ, ਤਾਂ ਉਹਨੂੰ ਫਿਕਰ ਨਹੀਂ ਲੱਗ ਰਿਹਾ, ਕਿਉਂਕਿ ਮਨੁੱਖ ਭੁੱਲ ਗਿਆ ਹੈ। ਵਿੱਚੋਂ ਗਰਭੈ ਨਿਕਲ ਆਇਆ, ਜਦੋਂ ਮਾਂ ਦੀ ਕੁੱਖ ਵਿੱਚ ਪੁੱਠਾ ਲਟਕਦਾ ਸੀ, ਉਦੋਂ ਕਹਿੰਦਾ ਸੀ, ਪ੍ਰਮਾਤਮਾ ਜੀ ਇਥੋਂ ਮੈਨੂੰ ਇੱਕ ਵਾਰੀ ਕੁੰਭੀ ਨਰਕ ਚੋਂ ਬਾਹਰ ਕੱਢੋ, ਮੈਂ ਤੁਹਾਡਾ ਸਿਮਰਨ ਕਰਾਂਗਾ, ਬੰਦਗੀ ਤੁਹਾਡੀ ਕਰਾਂਗਾ, ਹਮੇਸ਼ਾ ਚੰਗੇ ਤੇ ਨੇਕ ਕੰਮ ਕਰਾਂਗਾ। ਪਰ ਜਦੋਂ ਹੀ ਛੁੱਟ ਗਿਆ ਉਸੇ ਵੇਲੇ ਫਿਰ ਉਹੀ ਹਾਲਤ। ਹੁਣ ਕਿਸੇ ਨੂੰ ਪੁੱਠਾ ਲਟਕਾਇਆ ਹੋਵੇ, ਇਹ ਉਦਾਹਰਣ ਦੇ ਰਿਹਾ ਤਾਂ ਕਿ ਗੱਲ ਪਕੜ ਵਿੱਚ ਆ ਜਾਵੇ। ਕਿਸੇ ਨੂੰ ਸਿਪਾਹੀਆਂ ਨੇ ਪੁੱਠਾ ਲਟਕਾਇਆ ਹੋਵੇ, ਕਹਿੰਦਾ ਇੱਕ ਵਾਰੀ ਮੈਨੂੰ ਛੱਡੋ ਸਹੀ, ਮੈਂ ਹੁਣੇ ਦੱਸ ਦੇਣਾ, ਸਾਰਾ ਕੁਝ ਦੱਸ ਦਿਆਂਗਾ, ਤੇ ਜਦੋਂ ਉਹਨੂੰ ਛੱਡ ਦੇ ਫਿਰ ਉਸੇ ਤਰ੍ਹਾਂ ਹੀ ਹੋ ਜਾਵੇ, ਫਿਰ ਮੁੱਕਰ ਪੈ ਜਾਵੇ, ਕਹਿੰਦਾ ਮੈਂ ਨਹੀਂ ਦੱਸਦਾ, ਕੁਝ ਵੀ ਨਹੀਂ ਸੀ ਮੇਰੇ ਕੋਲ। ਹੁਣ ਗੱਲ ਕੀ ਹੈ, ਅਸੀਂ ਉਸੇ ਵੇਲੇ ਮੁੱਕਰ ਪੈ ਗਏ ਜਦੋਂ ਸੰਸਾਰ ਵਿੱਚ ਆਏ, ਖਸਮ ਨੂੰ ਵਿਸਾਰਿਆ, ਨਿਰੰਕਾਰ ਨੂੰ ਭੁਲਾ ਦਿੱਤਾ ਤੇ ਦੁਨੀਆ ਦੇ ਨਾਲ ਆਪਣਾ ਚਿੱਤ ਲਾ ਦਿੱਤਾ, ਸੰਸਾਰ ਨਾਲ ਲਾਇਆ, ਨਿਰੰਕਾਰ ਨੂੰ ਭੁਲਾਇਆ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਲੇਵ ਛੁੜ ਕੇ, ਜਦੋਂ ਪੁੱਠਾ ਲਟਕਦਾ ਸੀ ਉਦੋਂ ਲੇਵ ਰੱਬ ਨਾਲ ਜੁੜੀ ਸੀ, ਉਦੋਂ ਸਿਮਰਨ ਚੱਲ ਰਿਹਾ ਸੀ, ਉਦੋਂ ਸਿਮਰਨ ਚੱਲ ਰਿਹਾ ਸੀ। ਤੇ ਗੁਰੂ ਪਿਆਰਿਓ, ਜਿਹੜੇ ਰੱਬ ਦੇ ਪਿਆਰੇ ਨੇ, ਕੰਮਕਾਰ ਕਰਦੇ ਨੇ ਹੱਥਾਂ ਪੈਰਾਂ ਨਾਲ, ਉਹਨਾਂ ਦਾ ਅੰਦਰ ਸਿਮਰਨ ਚੱਲਦਾ ਰਹਿੰਦਾ। ਮੈਂ ਇਸ ਪਾਸੇ ਆਉਣਾ ਵਾਂ, ਬਾਅਦ ਚੋਂ ਪਹਿਲਾਂ ਇਹ ਕੰਮ ਕਰ ਲਾਂ। ਮੇਰੇ ਪਾਤਸ਼ਾਹ ਦੇ ਕਹਿੰਦੇ ਨੇ, ਵਿੱਚੋਂ ਗਰਭ ਹੈ ਨਿਕਲ ਆਇਆ, ਕੀ ਹੋਇਆ ਜੀ? ਫਿਰ ਖਸਮ ਵਿਸਾਰ, ਕਿਉਂਕਿ ਇੱਥੇ ਸ਼ਬਦ ਆ ਰਿਹਾ ਹਰ ਬਿਸਰਤ, ਵਿਸਾਰ ਦਿੱਤਾ, ਭੁਲਾ ਦਿੱਤਾ। ਖਸਮ ਵਿਸਾਰ ਦੁਨੀ ਚਿਤ ਲਾਇਆ, ਦੁਨੀਆ ਦੇ ਨਾਲ ਚਿੱਤ ਲਾਇਆ, ਖਸਮ ਨੂੰ, ਪਰਮਾਤਮਾ ਨੂੰ ਭੁਲਾ ਦਿੱਤਾ। ਲਿਵ ਛੁੜ ਕੇ ਲੱਗੀ ਤ੍ਰਿਸ਼ਨਾ, ਲਿਵ ਰੱਬ ਨਾਲ ਲੱਗੀ ਸੀ, ਟੁੱਟ ਗਈ। ਤੇ ਜਦੋਂ ਲਿਵ ਰੱਬ ਨਾਲ ਲੱਗੀ ਹੋਈ ਸੀ, ਉਦੋਂ ਮਾਂ ਦੇ ਉਦਰ ਦੇ ਵਿੱਚ ਪਾਣੀ ਹੈ, ਅੱਗ ਹੈ, ਭਿਆਨਕ ਥਾਂ ਹੈ, ਉੱਥੇ ਪੁੱਠਾ ਲਟਕ ਲਿਆ, ਰੱਬ ਨੇ ਤਾਂ ਵੀ ਬਚਾਇਆ ਹੋਇਆ। ਪਰ ਸੰਸਾਰ ਦੇ ਵਿੱਚ ਕੋਈ ਅੱਗ ਨਹੀਂ ਹੈ, ਸਾਨੂੰ ਦਿਸਦੀ ਨਹੀਂ ਹੈ, ਅੱਗ ਹੈਗੀ, ਐਸੀ ਗੱਲ ਨਹੀਂ। ਅੱਗ ਬੜੇ ਪ੍ਰਕਾਰ ਦੀ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਵਿਕਾਰਾਂ ਦੀ ਅੱਗ ਸਾਨੂੰ ਸਾੜ ਰਹੀ ਹੈ, ਪਰ ਇਸ ਅੱਗ ਦੀ ਸਾਨੂੰ ਇੰਨੀ ਪਰਵਾਹ ਨਹੀਂ ਹੈ। ਸੜ ਰਹੇ ਹਾਂ, ਭੁੱਜ ਰਹੇ ਹਾਂ, ਪਰ ਧਿਆਨ ਨਹੀਂ ਦੇ ਪਾ ਰਹੇ ਵੀ ਅਸੀਂ ਕੁਲਕ ਕਿਉਂ ਰਹੇ ਹਾਂ, ਵਿਲਕ ਕਿਉਂ ਰਹੇ ਹਾਂ, ਸਾਨੂੰ ਕਿਹੜੀ ਚੀਜ਼ ਸਾੜ ਰਹੀ ਹੈ। ਅਸੀਂ ਉਹਦੇ ਉੱਤੇ ਰਿਸਰਚ ਨਹੀਂ ਕਰ ਰਹੇ, ਸਰਚ ਨਹੀਂ ਕਰ ਰਹੇ ਵੀ ਅਸੀਂ ਦੁਖੀ ਕਿਉਂ ਹੋ ਰਹੇ ਹਾਂ। ਘਰ ਵੀ ਹੈਗਾ ਹੈ, ਪਰਿਵਾਰ ਵੀ ਹੈਗਾ ਹੈ,
ਹਰ ਵਸਤੂ ਸਾਡੇ ਕੋਲ ਹੈਗੀ ਹੈ, ਪਰ ਦੁਖੀ ਕਿਉਂ ਆ? ਕਿਉਂ? ਜਿਹੜਾ ਕੁਐਸਚਨ ਸ਼ਬਦ ਹੈ ਨਾ, ਕਦੀ ਇਹਦੇ ਉੱਤੇ ਧਿਆਨ ਨਹੀਂ ਦਿੰਦਾ। ਜਦੋਂ ਕੋਈ ਵੀ ਮਨੁੱਖ ਹਾਰ ਜਾਂਦਾ ਹੈ ਆਪਣੇ ਜੀਵਨ ਦੇ ਵਿੱਚ, ਜਾਂ ਕਿਸੇ ਅਹੁਦੇ ਤੋਂ ਹਾਰ ਜਾਵੇ, ਜਾਂ ਕਿਸੇ ਇਲੈਕਸ਼ਨ ਵਿੱਚ ਹਾਰ ਜਾਵੇ, ਆਪਣੇ ਕਰਿੰਦਿਆਂ ਨੂੰ ਇਕੱਠਿਆਂ ਕਰਕੇ ਬਹਿੰਦਾ ਵੀ ਆਪਾਂ ਦਸੀਏ। ਇੱਕ ਦੂਸਰੇ ਨੂੰ ਫਿਰ ਡਿਸਕਸ਼ਨ ਕਰਦੇ ਨੇ ਵੀ ਕਮੀ ਕਿੱਥੇ ਰਹੀ, ਵੀ ਜਿਹੜਾ ਅਸੀਂ ਹਾਰ ਗਏ ਆ, ਕਮੀ ਕਿੱਥੇ ਰਹੀ। ਪਰ ਮਨੁੱਖਾ ਜਨਮ ਮਨੁੱਖ ਹਾਰਦਾ ਜਾਂਦਾ ਹੈ, ਕਦੀ ਵੀ ਇਸ ਨੇ ਇਸ ਉੱਤੇ ਧਿਆਨ ਨਹੀਂ ਕੀਤਾ ਵੀ ਇਹ ਕਮੀ ਕਿੱਥੇ ਹੈ। ਸੰਸਾਰ ਦੇ ਵਿੱਚ ਸਾਨੂੰ ਸਾਰੀਆਂ ਵਸਤੂਆਂ ਰੱਬ ਨੇ ਦਿੱਤੀਆਂ ਨੇ, ਪਰ ਅਸੀਂ ਵਿਲਕਦੇ ਕਿਉਂ ਪਏ ਆ? ਅਸੀਂ ਕਿਉਂ ਕੁਲਕ ਰਹੇ ਆ? ਕਿਉਂਕਿ ਇਸ ਪਾਸੇ ਧਿਆਨ ਨਹੀਂ ਦਿੱਤਾ ਵੀ ਕਮੀ ਕਿੱਥੇ, ਅਸੀਂ ਦੁਖੀ ਕਿਉਂ ਹੋ ਰਹੇ ਆ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਐ ਮਨੁੱਖ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਉਸ ਮਨੁੱਖ ਨੂੰ ਉਹਨੂੰ ਟਪਲਾ ਨਹੀਂ ਲੱਗਦਾ, ਉਹਨੂੰ ਭੁਲੇਖਾ ਨਹੀਂ ਪੈਂਦਾ, ਉਹਦੇ ਅੰਦਰ ਸਹਿਸਾ ਨਹੀਂ ਰਹਿੰਦਾ। ਸਹਿਸਾ ਮੀਨਸ ਸਹਿਮ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ। ਇਹਨਾਂ ਸੰਜਮਾਂ ਦੇ ਨਾਲ, ਇਹਨਾਂ ਤਰੀਕਿਆਂ ਨਾਲ ਤੇਰਾ ਜਿਹੜੇ ਮਨ ਦਾ ਸਹਿਸਾ ਹੈ ਨਹੀਂ ਜਾ ਸਕਦਾ। ਤੂੰ ਸਾਰਾ ਦਿਨ ਸਾਰੀ ਉਮਰ ਕਰਮ ਕਾਂਡ ਕਰਦਾ ਰਹਿ, ਕਾਰ ਵਿਹਾਰ ਕਰਦਾ ਰਹਿ, ਤੇ ਜੇ ਤੂੰ ਕਵੇਂ ਨਾ ਮੈਂ ਭੱਜ ਨੱਠ ਕਰਕੇ ਧਨ ਇਕੱਠਾ ਕਰਕੇ ਫਿਰ ਸੁੱਖ ਲੈ ਲਾਂਗਾ, ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ ਜੀ, ਦੁੱਖ ਆ ਸਕਦਾ ਹੈ, ਸੁੱਖ ਨਹੀਂ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹਿ ਕਰਮ ਕਮਾਏ। ਸਹਿਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਸੋ ਰੋਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਨਾਨਕ ਗੁਰੂ ਜੀ ਕਹਿੰਦੇ ਨੇ, ਗੁਰੂ ਦੀ ਕਿਰਪਾ ਸਦਕੇ ਹੀ ਤੇਰੇ ਅੰਦਰ ਸਹਿਜ ਆ ਸਕਦਾ ਹੈ। ਗੁਰੂ ਦੀ ਕਿਰਪਾ ਸਦਕੇ। ਗੁਰ ਪਰ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਏਵ ਇਸ ਤਰ੍ਹਾਂ ਤੇਰੇ ਅੰਦਰ ਗੁਰੂ ਦੀ ਜਦੋਂ ਕਿਰਪਾ ਹੋਵੇਗੀ ਤੇ ਤੇਰਾ ਇਹ ਸਹਿਸਾ ਜਿਹੜਾ ਹੈ ਇਹ ਜਾ ਸਕਦਾ ਹੈ। ਵਰਨਾ ਤੇਰਾ ਸਾਰਿਆਂ ਦਾ, ਮੇਰੇ ਸਮੇਤ ਆਪਾਂ ਜਿੰਨੇ ਵੀ ਬੈਠੇ ਆ, ਸਾਰੇ ਹੀ ਸੰਸਿਆਂ ਦੇ ਵਿੱਚ ਜੀ ਰਹੇ ਆ, ਸਾਰੇ ਹੀ ਸਹਿਮ ਕੇ ਜੀ ਰਹੇ ਆ। ਕੋਈ ਖੁੱਲ ਦਿਲੀ ਨਾਲ ਕੋਈ ਵੀ ਨਹੀਂ ਜੀ ਰਿਹਾ, ਸਾਰਿਆਂ ਨੂੰ ਡਰ ਸਤਾ ਰਿਹਾ, ਸਾਰਿਆਂ ਦੇ ਅੰਦਰ ਸੰਸਾ ਬਣਿਆ ਹੋਇਆ ਹੈ। ਕਿਉਂ ਡਰ ਸਤਾ ਰਿਹਾ? ਕਿ ਰੱਬ ਨਾਲੋਂ ਲਿਵ ਟੁੱਟ ਚੁੱਕੀ ਹੈ। ਤੇ ਮੈਂ ਗੱਲ ਕੀ ਕਹਿ ਰਿਹਾ ਸਾਂ, ਮਨੁੱਖ ਇੱਕ ਦਿਨ ਕੰਮ ਨਾ ਬਣੇ ਤੇ ਵਾਪਸ ਮੁੜ ਆਵੇ ਤੇ ਬੜਾ ਅਫਸੋਸ ਕਰਦਾ ਹੈ ਬੰਦਿਆ। ਕਦੀ 50 ਸਾਲ ਤੇਰੀ ਉਮਰ ਹੋ ਚਲੀ ਹੈ, 35 40 50 55 ਕਿਸੇ ਦੀ, ਕਦੀ ਅਫਸੋਸ ਕੀਤਾ ਹੈ ਕਿ ਮੇਰੀ ਇੰਨੀ ਉਮਰ ਹੋ ਗਈ ਹੈ, ਬੀਤ ਗਈ ਹੈ, ਇੰਨੇ ਸਵਾਸ ਮੇਰੇ ਬੀਤ ਗਏ ਨੇ, ਹੁਣ ਅੱਗਾ ਨੇੜਾ ਆ ਗਿਆ, ਥੋੜਾ ਜਿਹਾ ਅੱਗੇ ਸਫ਼ਰ ਰਹਿ ਗਿਆ ਹੈ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਕੀ ਹੈ? ਕਦੀ ਤੂੰ ਇਸ ਗੱਲੇ ਇਸ ਪਾਸੇ ਧਿਆਨ ਲਿਆਂਦਾ? ਕਦੀ ਨਹੀਂ ਲਿਆਂਦਾ। ਤੇ ਜਿਹੜੇ ਇਸ ਧਿਆਨ ਨੂੰ, ਇਸ ਪਾਸੇ ਖਿਆਲ ਨੂੰ ਲਿਆਉਂਦੇ ਨਹੀਂ, ਸੱਚ ਜਾਣਿਆ ਜੇ ਉਹ ਦੁਖੀ ਹੁੰਦੇ ਰਹਿੰਦੇ ਨੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਧਿਆਨ ਦਿਓ। ਮੇਰੇ ਸਾਹਿਬ ਜੀ ਕਹਿੰਦੇ ਨੇ, ਹਰ ਬਿਸਰਤ ਸਹਿਸਾ ਫਿਰ ਕਿਆ ਦੁੱਖ ਵਿਆਪੈ। ਇਹ ਜਿਹੜਾ ਸਹਿਸਾ ਹੈ ਨਾ, ਭਰਮ ਜਿਹਨੂੰ ਅਸੀਂ ਸ਼ਿਕਵਾ ਗਿਲਾ ਕਹਿੰਦੇ ਆ, ਇਹ ਮਨੁੱਖ ਨੂੰ ਦੁੱਖ ਬਣ ਕੇ ਚਮੜਿਆ ਹੋਇਆ ਸੰਸਾ। ਹੁਣ ਸਹਿਸਾ ਦੇਖੋ ਕੀ ਹੈ। ਛੋਟਨ ਕੋ ਸਹਿਸਾ ਪਰਿਓ ਮਨ ਬੌਰਾਰੇ। ਛੋਟਨ ਕੋ ਸਹਿਸਾ ਪਰਿਆ ਮਨ ਬੌਰਾਰੇ। ਨਾਚਿਓ ਘਰ ਘਰ ਬਾਰ। ਧਿਆਨ ਦਿਆ ਜੀ, ਇਹ ਵੀ ਗੁਰੂ ਕੀ ਬਾਣੀ ਦੀ ਤੁਕ। ਜਦੋਂ ਇਹ ਜਿਹੜਾ ਮਨ ਹੈ ਨਾ, ਬਾਂਦਰ ਹੈ ਮਨ। ਕਈ ਵਾਰੀ ਬਾਂਦਰ ਦੀ ਇਹ ਤੁਲਨਾ ਦਿੱਤੀ, ਇਸ ਮਨ ਨੂੰ ਬਾਂਦਰ ਆਖਿਆ ਗਿਆ। ਜਿਹੜਾ ਬਾਂਦਰ ਹੈ ਨਾ, ਉਹ ਵੀ ਟਿਕਦਾ ਨਹੀਂ ਹੈ, ਕਦੀ ਕਿਹੜੀ ਟਾਹਣੀ ਤੇ, ਕਦੀ ਕਿਹੜੀ ਟਾਹਣੀ ਤੇ, ਕਦੀ ਕਿਹੜੇ ਬ੍ਰਿਸ਼ ਤੇ, ਕਦੀ ਕਿਹੜੇ ਬ੍ਰਿਸ਼ ਤੇ। ਮਨ ਬਾਂਦਰ ਇਹ ਵੀ ਨੱਸਦਾ ਭਜਦਾ ਰਹਿੰਦਾ। ਤੇ ਇਸ ਮਨ ਬਾਂਦਰ ਨੂੰ ਫੜਨ ਦਾ ਵੀ ਤਰੀਕਾ ਹੈਗਾ, ਰੋਕਣ ਦਾ ਵੀ ਤਰੀਕਾ ਹੈਗਾ। ਜੇ ਬਾਂਦਰ ਨੂੰ ਕਾਬੂ ਕਰਨਾ ਹੋਵੇ ਨਾ, ਤੇ ਪਤਾ ਕਿਵੇਂ ਲੋਕ ਕਰਦੇ ਨੇ? ਜਿਹੜੇ ਮਦਾਰੀ ਨੇ ਬਾਂਦਰ ਨੂੰ ਕਿਵੇਂ ਫੜਦੇ ਨੇ? ਬਾਂਦਰ ਕਾਬੂ ਵਿੱਚ ਕਿਵੇਂ ਆਉਂਦਾ ਹੈ? ਉਹ ਇੱਕ ਨਿੱਕੇ ਜਿਹੇ ਮੂੰਹ ਵਾਲਾ ਇੱਕ ਮੱਗਾ ਹੁੰਦਾ ਬਰਤਨ, ਛੋਟੇ ਮੱਗਾ ਮੂੰਹ ਵਾਲਾ, ਉਹਨੂੰ ਧਰਤੀ ਵਿੱਚ ਨੱਪ ਦਿੰਦੇ ਨੇ
ਆ ਭੁੱਜੇ ਛੋਲੇ ਦਾਣੇ ਜਿਹਨੂੰ ਆਪਾਂ ਕਹਿ ਲਈਏ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ, ਧਿਆਨ ਦਿਆ ਜੇ। एक कवि ने बहुत सोना लिखा है, किश्ती वही होती है किनारे बदल जाते हैं, आंखें वही होती है इशारे बदल जाते हैं, बातें वही होती है बुलारे बदल जाते हैं। किश्ती वही होती है किनारे बदल जाते हैं, आंखें वही होती है इशारे बदल जाते हैं, बातें वही होती हैं बुलारे बदल जाते हैं। गल्लां वही होंदियां ने पर बुलारे बदल जाते हैं, वो अपने तरीके नाल पेश कर देंदे ने। ते कई वारी असीं उसे गल नूं लैके बैठे रहने आ, फलाने ने ते आ किया सी, फलाने ने ओ किया सी। जिहड़ी गल सिक्ख्या है ना उहनूं नहीं लैंदे, जिहड़ी सिक्ख्या है उहनूं नहीं पकड़दे, असीं होर पासे तुर पैंदे आ। ये मैं वार-वार कहंदा रहना, ये बाणी दी तुक है। जदों फड़ना होवे ना बांदर नूं, छोटन को सहसा भरियो, इत्थे सहसा शब्द आया है क्योंकि हर बिसरत सहसा दुख व्याप है। इस इन्ने शब्दां ते मैं अजे खलोता होया। सहसा छोटन को सहसा परिया मन बौरा रे, नाचियो घर घर बार बार। कहते ने दर दर ते दरवाजे दरवाजे ते बार। कहते ने फलाने दा बार नहीं खुला सी, मैं गया ते सी बार नहीं सी खुला। पहली गल हुण असीं अपणियां बोलियां छड्ड दित्तियां ने, सानूं इन्हां दा अर्थां दा भी तां पता लगदा। ਜਿਹੜਾ ਬਾਂਦਰ ਹੈ ਉਹਨੂੰ ਫੜਨਾ ਹੋਵੇ ਨਾ, ਮਦਾਰੀ ਨੇ ਪਤਾ ਕੀ ਕਰਦਾ, ਨਿੱਕੇ ਜੇ ਮੂੰਹ ਵਾਲਾ ਕੋਈ ਬਰਤਨ, ਮੱਗਾ, ਭਾਂਡਾ, ਕੁਝ ਵੀ ਕਹਿ ਲਓ, ਉਹਦੇ ਵਿੱਚ ਭੁੱਜੇ ਹੋਏ ਛੋਲੇ, ਜਿਹੜੇ ਭੁੱਜੇ ਹੋਏ ਦਾਣੇ ਨੇ ਨਾ, ਉਹਨਾਂ ਦੀ ਸਮੈਲ ਬੜੀ ਦੂਰ ਤੱਕ ਜਾਂਦੀ ਹੈ, ਤੇ ਉਹ ਪਾ ਕੇ ਰੱਖ ਦਿੰਦਾ ਹੈ। ਤੇ ਇਹ ਜਿਹੜੇ ਜੀਵ ਨੇ ਨਾ, ਜਿਵੇਂ ਇੱਕ ਡੌਗ ਕੁੱਤਾ ਹੈ, ਉਹਦੀ ਸੁੰਘਣ ਸ਼ਕਤੀ ਬੜੀ ਹੁੰਦੀ ਹੈ, ਸੁੰਘਣ ਦੀ ਸ਼ਕਤੀ ਇਹਨਾਂ ਦੇ ਕੋਲ ਬਹੁਤ ਹੁੰਦੀ ਹੈ। ਜਿਵੇਂ ਸੁੰਘਣ ਦੀ ਸ਼ਕਤੀ ਆਈ, ਉੱਥੇ ਗਿਆ, ਵੇਖਿਆ ਉਹਨੇ ਤੇ ਮੱਗੇ ਦੇ ਵਿੱਚ ਛੋਲੇ ਪਏ ਨੇ, ਕੁਝ 4 ਸਫੇਰੇ ਖਲਾਰੇ ਪਏ ਸਨ। ਉਹਨੇ ਮੱਗੇ ਦੇ ਵਿੱਚ ਹੱਥ ਪਾਇਆ, ਛੋਲਿਆਂ ਨੂੰ ਮੁੱਠੀ ਭਰ ਲਈ। ਪਹਿਲਾਂ ਖਾਲੀ ਹੱਥ ਸੀ, ਚਲੇ ਗਿਆ, ਹੁਣ ਹੱਥ ਭਰਿਆ ਗਿਆ ਹੈ। ਮੱਗੇ ਦਾ ਮੂੰਹ ਨਿੱਕਾ ਹੈ, ਹੁਣ ਹੱਥ ਬਾਹਰ ਨਿਕਲ ਨਹੀਂ ਰਿਹਾ। ਉਹ ਹੁਣ ਦਾਣੇ ਛੱਡਦਾ ਨਹੀਂ, ਹੱਥ ਬਾਹਰ ਨਿਕਲਦਾ ਨਹੀਂ। ਦਾਣੇ ਉਹ ਛੱਡੇ ਤੇ ਹੱਥ ਬਾਹਰ ਨਿਕਲੇ, ਦਾਣੇ ਛੱਡਣੇ ਨਹੀਂ, ਹੱਥ ਬਾਹਰ ਨਿਕਲਣਾ ਨਹੀਂ। ਇੰਨੇ ਨੂੰ ਆ ਕੇ ਕੀ ਮਦਾਰੀ ਕਰਦਾ ਹੈ, ਆਪਣਾ ਜਾਲ ਪਾ ਦਿੰਦਾ ਹੈ। ਜਾਲ ਪਾ ਕੇ ਉਹਨੂੰ ਜਾਲ ਦੇ ਵਿੱਚ ਫਸਾ ਲੈਂਦਾ ਹੈ। ਫਿਰ ਉਹਦੀ ਨੱਕ ਦੇ ਵਿੱਚ ਨਕੇਲ ਪਾ ਦਿੰਦਾ ਹੈ, ਨੱਕ ਵਿੱਚ ਰੱਸੀ ਨੱਥ ਪਾ ਦਿੰਦਾ ਹੈ। ਨਕੇਲ ਪਾ ਕੇ ਫਿਰ ਉਹਨੂੰ ਆਪਣੀ ਈਨ ਮਨਾਉਂਦਾ ਹੈ। ਫਿਰ ਉਹਨੂੰ ਸਿਖਾਉਂਦਾ ਹੈ ਵੀ ਜਦੋਂ ਮੈਂ ਕਵਾਂਗਾ ਨਾ ਵੰਝ ਤੇ ਚੜੀ, ਤੇ ਭੱਜ ਕੇ ਤੈਨੂੰ ਵੰਝ ਤੇ ਚੜਨਾ ਪੈਣਾ ਹੈ, ਤੇ ਪੁੱਠੀਆਂ ਛਾਲਾਂ ਮਾਰੀ, ਫਿਰ ਤੈਨੂੰ ਛੁੱਟੀਆਂ ਪੁੱਠੀਆਂ ਛਾਲਾਂ ਮਾਰਨੀਆਂ ਪੈਣੀਆਂ ਨੇ। ਤੇ ਜੇ ਨਾ ਮਾਰੀਆਂ ਤੇ ਉਹ ਆਪਣੀ ਬੋਲੀ ਵਿੱਚ ਉਹਨੂੰ ਪੜ੍ਹਾ ਦਿੰਦਾ, ਮੈਂ ਤੈਨੂੰ ਸੋਟੀਆਂ ਦੀ ਮਾਰ ਮਾਰਾਂਗਾ, ਸੋਟੀਆਂ ਪੈਂਦੀਆਂ ਨੇ ਕੰਡ ਤੋਂ। ਤੇ ਉਹ ਵੰਝ ਤੇ ਚੜਦਾ ਹੈ, ਤੇ ਫਿਰ ਥੱਲੇ ਖਲੋਤਾ, ਫਿਰ ਕਹਿੰਦਾ ਬੈਠਾ ਹੋਇਆ, ਕਹਿੰਦਾ ਅਭੀ ਵੀ ਮੈਂ ਮਾਨੂ ਨਹੀਂ, ਅਜੇ ਵੀ ਤੇਰਾ ਮੇਰਾ ਮਨ ਮੰਨਿਆ ਨਹੀਂ। ਹੁਣ ਵੰਝ ਦੇ ਉੱਤੇ ਹੀ ਚੜਿਆ ਹੋਇਆ, ਪੁੱਠੀਆਂ ਛਾਲਾਂ ਮਾਰ, ਤਾਂ ਮੰਨਣਗੇ ਲੋਕੀ ਜਿਹੜੇ ਮੇਲਾ ਵੇਖਣ ਵਾਸਤੇ ਆਏ ਨੇ। ਤੈਨੂੰ ਤਾਂ ਮੰਨਣਗੇ ਤੂੰ ਇੱਥੇ ਹੀ ਪੁੱਠੀਆਂ ਛਾਲਾਂ ਮਾਰ, ਭਾਵੇਂ ਤੇਰੇ ਢਿੱਡ 'ਚ ਸੂਆ ਲੱਗ ਜੇ, ਉਹਦੇ ਉੱਤੇ ਛਾਲਾਂ ਮਾਰਨੀਆਂ। ਹੁਣ ਇੱਥੇ ਉਹ ਕੀ ਕਹਿੰਦਾ ਹੈ, ਅੰਦਰੋਂ ਆਵਾਜ਼ ਦਿੰਦਾ, ਮੇਰੇ ਪਾਤਸ਼ਾਹ ਦੀ ਬਾਣੀ ਦੀ ਤੁਕ ਹੈ ਕਿ ਇੱਕ ਮੁੱਠਿਆਂ ਦੀ ਛੋਲਿਆਂ ਦੀ ਮੁੱਠ ਪਿੱਛੇ ਲਾਲਚ ਮਾਰ ਗਿਆ। ਲਾਲਚ ਨੇ ਇਹੋ ਜਿਹਾ ਮਾਰਿਆ ਕਿ ਹੁਣ ਨੱਕ ਵਿੱਚ ਨਕੇਲ ਪੈ ਗਈ ਹੈ। ਹੁਣ ਨੱਕ 'ਚ ਨਕੇਲ ਪਾ ਕੇ ਮਦਾਰੀ ਉਸਨੂੰ ਦਰ ਦਰ ਤੇ ਭਟਕਾਰਿਆ, ਦਰ ਦਰ ਤੇ ਭੁਆਂਟਲੀਆਂ ਦਿੰਦਾ ਹੈ। ਉਹਨੂੰ ਭੁੱਖਾ ਰੱਖੇ, ਉਹਨੂੰ ਧੁੱਪੇ ਬੰਨੇ, ਉਹਨੂੰ ਛਾਵੇਂ ਰੱਖੇ, ਇਹ ਹੁਣ ਉਸ ਦੀ ਮਰਜ਼ੀ ਹੈ। ਤੇ ਹੁਣ ਉਹ ਅੰਦਰੋਂ ਕਹਿੰਦਾ ਕੀ ਹੈ, ਮੈਨੂੰ ਲਾਲਚ ਨੇ ਮਾਰ ਦਿੱਤਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਲਾਲਚ ਲੱਗ ਜਨਮ ਗਵਾਇਆ, ਬੰਦਿਆ ਲਾਲਚ ਵਿੱਚ ਆ ਕੇ ਇਹ ਤੂੰ ਵੀ ਮਨੁੱਖਾ ਜਨਮ ਗਵਾ ਲਿਆ ਈ। ਮਾਇਆ ਭਰਮ ਭੁਲਾਏਗਾ, ਧਨ ਜੋਬਨ, ਧਨ ਅਦੌਲਤ, ਧਨ ਇਹ ਮੇਰੀ ਕਰੰਸੀ ਨਹੀਂ ਹੈ। ਜੋ ਦ੍ਰਿਸ਼ਟਮਾਨ ਸਾਰਾ ਕੁਝ ਧਨ ਹੈ। ਜਿਹੜਾ ਰੱਬ ਨਾਲੋਂ ਤੋੜਦਾ ਹੈ, ਰੱਬ ਨਾਲ ਰੱਬ ਤੱਕ ਨਹੀਂ ਪਹੁੰਚਣ ਦਿੰਦਾ, ਉਹ ਧਨ ਹੈ। ਧੀ ਹੋਵੇ, ਪੁੱਤਰ ਹੋਵੇ, ਇਸਤਰੀ ਹੋਵੇ, ਕੁਟੁੰਬ ਪਰਿਵਾਰ ਕੁਝ ਵੀ ਹੋਵੇ, ਸਭ ਧਨ ਹੀ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੇ ਲਾਲਚ ਵਿੱਚ ਲੱਗਾ ਹੋਇਆ। ਮਾਇਆ ਭਰਮ ਭੁਲਾਏਗਾ, ਧਨ ਜੋਬਨ, ਕਿਸੇ ਨੂੰ ਆਪਣੀ ਜਵਾਨੀ ਦੇ ਉੱਤੇ ਮਾਣ ਬੜਾ ਹੈ, ਆਪਣੀ ਸੁੰਦਰਤਾ ਦੇ ਸੁਹੱਪਣ ਤੇ। ਧਨ ਜੋਬਨ ਕਾ ਗਰਬ ਨਾ ਕੀਜੈ, ਗਰਬ ਕਹਿੰਦੇ ਹੰਕਾਰ ਨਾ ਕਰ, ਐਵੇਂ ਹੰਕਾਰ ਨਾ ਕਰਿਆ ਕਰ। ਧਨ ਜੋਬਨ ਕਾ ਗਰਬ ਨਾ ਕੀਜੈ, ਫਿਰ ਜੀ ਕੀ ਹੋਵੇਗਾ,
क्या कागज ज्यों गल जाएगा। जिवें कागज खड़कना हुंदा है ना, बड़ा खड़कना जिहा हुंदा है कागज, पर जदों ਉਹਦੇ ਤੇ पानी पै जाए ना, आ जिन्हों नैपकिन कहते हैं, वेखो कागज कितना सोहना कागज होंदा है ना, पानी पैण दे नाल उसे वेले गल के भर जांदा है। मेरे पातशाह जी कहते हैं अपने उत्ते मान करन वालिया, ए विकारां रूपी जदों तेरे उत्ते पानी पै गया तू गल सड़ जाएगा, तेनू किसे ने नहीं पुछना। कागज ज्यों गल जाएगा। ते फिर मेरे साहब जी कहते ने, आ वेख छोटन को सहसा परया मन बौरा रे, नाचियो घर घर बार। असीं भी घर घर दर दर ते भटक रहे हैं, हुण साडे अंदर सहसा ये सता रहा है। मेरे साहब जी कहते ने, हर बिसरत सहसा दुख व्यापै। जिवें बांदर नूं काबू कर लिया ना, ते हुण ਉਹਦੇ अंदर सहसा है। मेरे पातशाह जी कहते ने, भाई जिन्हां ने रब नूं भुला दिता, उन्हां दे अंदर संसा बनिया है, उन्हां दे उपर दुखां ने अपना जोर पा लिया है, दिल मिला रहे ने। ते फिर सतगुरु जी करिए कि कदी असीं गुरु नूं पुछिया नहीं भी आ कुछ हुंदा है, ते फिर दस तुसीं कोई राह भी ते तुसीं दसोगे ना। फिर मेरे पातशाह कहते ने, सिमरत नाम भ्रम भौ भागै। सिमरत नाम, इत्थे रुकांगे, फिर करांगे अगे पाठ। भरम भौ भागै। भ्रम जिहड़ी तेरे अंदर भटकना है, भौ डर, संसा जिन्हों आपां कह रहे सी हुणे, जिहड़ा तेरे अंदर संसा है, भरम है, मेरे पातशाह कहंदे ने भागै। किवें जी? दूर हो जाणगे तेरे संसे, तेरे भरम, तेरे शिकवे, तेरे गिले, तेरे चिंता दे झोरे जिहड़े ने वो निकल जाणगे, तेरे अंदरों बाहर हो जाणगे। पातशाह किवें? क्या? नाम सिमरत, जदों तू रब दा नाम सिमरेगा फिर तेरा छुटकारा हो जाएगा। जदों तू रब परमात्मा दे नाम नाल जुड़ जावेगा। जां को अपनी, पर गल की है? किरपा धारै। जिस मनुख उत्ते गुरु आप परमात्मा किरपा कर दिंदा है। आ जिहड़ा गुटका साहब लैके गुरुद्वारे आके कीर्तन सुनना जां बाणी पढ़नी जां कथा सुननी, समझ लेना कि साडे उत्ते रब दी किरपा हो गई है, रब दी साडे उत्ते मेहरामत हो गई है, जिहड़ा असीं गुरु दे दर ते आउणा शुरू हो गए हैं। ते जिहड़े नहीं ना आउंदे, समझ लेना उन्हां ते गुरु दी किरपा नहीं है। मेरे साहिब जी बख्शिश कर रहे ने, जां को जिस मनुख नूं, जिस मनुख उपर किरपा धारै कौन? परमात्मा वाहिगुरु। सो जन रसना नामे उचारै। सो जन, जन दे अर्थ करांगे मनुख, सो कहांगे ओ जिहदे उत्ते रब दी किरपा हो गई है। सो जन, ओ मनुख रसना। अज दे नाल आपां बोलदे आ, जिब जिन्नों कहने आ, कोई जदों बहस करदी होवे, जदों ये मिहणे हिड़दी होवे ते नाल दे लोकी सुनने वाले कहंदे ने फलाणे दी जिब बड़ी चलदी है, उदों ये जिब बन जाती है। पर जदों ये गुरु दे गुण गा रही होवे, जदों ये बाणी दा जाप कर रही होवे, ये फिर रसना बन जाती है, ये फिर रसना कहलाउंदी है। ते जदों मिहणे हिड़दी है, ये बहस करदी है, उदों जिब बनती है। मेरे पातशाह जी कहंदे ने, ए रसना तू अन रस राच रही, तेरी प्यास न जाए, प्यास न जाए। होर किरै जिचर हर रस पल्लै ना पाए, हर रस पाए पल्लै पीए हर रस, बहुड़ न तृष्णा लागै आए। जदों तू राम परमात्मा दे नाम दा रस लैना शुरू कर देंगी रसना, फिर तेनू होर रस जिहड़े ने कुरस विच लगन जां लागण शुरू हो जाणगे, तेनू नाम दा रस आउणा शुरू हो जाए। क्या? सो जान रसना नाम उचार। हे भाई, ओ रसना बन जाती है जिहड़ी उस परमात्मा दे नाम नू उचारण करदी है। रहाओ दी तुक दी आप अर्थ कर ले। हर कीर्तन सुनै, हर कीर्तन गावै। गल रसना दी आ गई।
ਹਰ ਕੀਰਤਨ ਕੰਨਾਂ ਨਾਲ ਸੁਣਨਾ। ਹਰ ਪਰਮਾਤਮਾ, ਕੀਰਤਨ ਤੋਂ ਭਾਵ ਹੈ ਜਿਹੜੇ ਗੁਰੂ ਕੀ ਬਾਣੀ ਨੂੰ ਗੁਰੂ ਕੇ ਕੀਰਤਨੀਏ ਗਾ ਕੇ ਸੁਣਾਉਂਦੇ ਨੇ ਤੇ ਰਾਗਾਂ ਦੇ ਆਧਾਰ ਤੇ ਸੁਣਾਉਂਦੇ ਨੇ। ਜਿਹੜੇ ਰਾਗ ਨੇ, ਹੁਣ 31 ਰਾਗਾਂ ਦੇ ਵਿੱਚ ਗੁਰੂ ਕੀ ਬਾਣੀ ਹੈ ਤੇ ਇਸ ਰਾਗਾਂ ਦੇ ਆਧਾਰਿਤ ਰਾਗ ਦੇ ਵਿੱਚ ਗੁਰੂ ਦਾ ਸ਼ਬਦ ਪਾ ਕੇ ਸੁਣਾ ਰਹੇ ਨੇ। ਰਾਗ ਪਹਿਲਾਂ ਵੀ ਗਾਏ ਜਾਂਦੇ ਸਨ, ਹੁਣ ਵੀ ਲੋਕ ਰਾਗ ਗਾਉਂਦੇ ਨੇ, ਪਰ ਜਦੋਂ ਅਸੀਂ ਬਾਣੀ ਨੂੰ ਗਾਵਾਂਗੇ ਰਾਗਾਂ ਦੇ ਵਿੱਚ, ਇਹ ਕੀਰਤਨ ਭਾਵ ਗੁਰੂ ਦੀ ਕੀਰਤੀ, ਗੁਰੂ ਦਾ ਜਸ, ਗੁਰੂ ਦੀ ਸਿਫਤ ਬਣ ਜਾਂਦੀ ਹੈ। ਪਰ ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਨਾ, ਲੋਕੀ ਰਾਗ ਗਾਉਂਦੇ ਨੇ ਤੇ ਰਾਗ ਦੇ ਵਿੱਚ ਵਿਵਾਦ ਪੈਂਦੇ ਨੇ। ਲੋਕ ਜਦੋਂ ਰਾਗ ਗਾਉਂਦੇ ਨੇ, ਰਾਗ ਤੋਂ ਭਾਵ ਹੈ ਉਸ ਰਾਗ ਕਹਿ ਲਈਏ ਭਾਂਡਾ, ਇੱਕ ਬਰਤਨ। ਧਿਆਨ ਦਿਓ ਸਾਧ ਸੰਗਤ, ਰਾਗ ਇੱਕ ਬਰਤਨ ਨੇ, ਭਾਂਡਾ ਹੈ ਤੇ ਭਾਂਡੇ ਦੇ ਵਿੱਚ ਜਿਵੇਂ ਜੀ ਮਰਜ਼ੀ ਚੀਜ਼ ਪਾ ਦਿਓ। ਹੁਣ ਮੈਂ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੇ। ਰਾਗ ਦੀ ਮੈਂ ਗੱਲ, ਜਦੋਂ ਅਸੀਂ ਕਹਿੰਦੇ ਨਾ ਕੀਰਤਨੀਆਂ, ਕੀਰਤਨੀਆਂ ਉਹਨੂੰ ਕਹਿੰਦੇ ਨੇ ਜਿਹੜਾ ਰਾਗਾਂ ਦੇ ਵਿੱਚ ਗੁਰੂ ਦੀ ਬਾਣੀ ਸਾਨੂੰ ਗਾ ਕੇ ਸੁਣਾਉਂਦਾ ਹੈ, ਕਿਉਂਕਿ ਗੁਰਬਾਣੀ ਰਾਗਾਂ ਦੇ ਦੁਆਰਾ ਹੈ। ਇਹ ਰਾਗ ਜਿਹੜਾ ਇੱਕ ਬਰਤਨ ਹੈ, ਭਾਂਡਾ ਹੈ, ਤੇ ਭਾਂਡੇ ਦੇ ਵਿੱਚ ਪਾ ਦਿਓ ਤੁਸੀਂ ਅੰਮ੍ਰਿਤ। ਭਾਂਡੇ ਨੇ ਨਹੀਂ ਕਹਿਣਾ ਵੀ ਤੁਸੀਂ ਅੰਮ੍ਰਿਤ ਵਿੱਚ ਕਿਉਂ ਪਾਇਆ। ਭਾਂਡੇ ਦੇ ਵਿੱਚ ਪਾ ਦਿਓ ਤੁਸੀਂ ਨਸ਼ਾ, ਉਹਨੂੰ ਮਤਲਬ ਨਹੀਂ ਹੈ, ਭਾਂਡੇ ਨੂੰ ਕੋਈ ਮਤਲਬ ਨਹੀਂ ਹੈ। ਨਸ਼ਾ ਪਾ ਦਿਓ, ਭੰਗ ਪਾ ਦਿਓ, ਜਿਹੜਾ ਮਰਜ਼ੀ ਨਸ਼ਾ ਪਾ ਦਿਓ, ਸ਼ਰਾਬ ਪਿਆ ਦਿਓ, ਉਹ ਭਾਂਡਾ ਤੇ ਭਾਂਡਾ ਹੀ ਹੈ ਜੀ। ਹੁਣ ਕਹਿਣ ਤੋਂ ਭਾਵ ਹੈ ਲੋਕ ਇਸ ਰਾਗਾਂ ਦੇ ਆਧਾਰਿਤ ਵਿਕਾਰ, ਮਾੜੇ ਬੋਲ ਗਾਉਂਦੇ ਸਨ, ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਸਨ, ਗੰਦੇ ਗੀਤ ਗਾਉਂਦੇ ਸਨ ਤੇ ਲੋਕਾਂ ਦੇ ਅੰਦਰ ਵਿਕਾਰਾਂ ਦੇ ਭਾਂਬੜ ਮਚਦੇ ਸਨ। ਮੇਰੇ ਸਾਹਿਬਾਂ ਨੇ ਜਾਣਿਆ ਕਿ ਇਹ ਰਾਗ ਅੱਜ ਵੀ ਜਦੋਂ ਕੋਈ ਸਿੰਗਰ ਗਾ ਰਿਹਾ ਹੋਵੇ ਤੇ ਅਸੀਂ ਲੋਕ ਅੱਡੀਆਂ ਚੁੱਕ ਚੁੱਕ ਕੇ ਵੇਖਦੇ ਹਾਂ, ਉੱਥੇ ਪਹੁੰਚ ਜਾਂਦੇ ਹਾਂ। ਉਹ ਕਰਦਾ ਕੀ ਹੈ? ਗੰਦੇ ਬੋਲ ਸੁਣਾਉਂਦਾ ਹੈ। ਗੰਦੇ ਬੋਲ ਸਾਡੇ ਕੰਨਾਂ ਨੂੰ ਚੰਗੇ ਲੱਗਦੇ ਨੇ, ਫਿਰ ਸਾਡੇ ਅੰਦਰ ਵਿਕਾਰ ਪੈਦਾ ਹੁੰਦਾ ਹੈ, ਫਿਰ ਅਸੀਂ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਹਾਂ। ਗਾ ਉਹ ਵੀ ਰਿਹਾ ਹੈ ਪਰ ਉਹ ਗੰਦੇ ਬੋਲ ਸੁਣਾ ਰਿਹਾ, ਕਿਉਂਕਿ ਰਾਗ, ਧਿਆਨ ਦਿਆ ਜੇ, ਮੈਂ ਇਹਦੀ ਵਿਆਖਿਆ ਕਰ ਰਿਹਾ ਕਿ ਇਹ ਰਾਗ ਇੱਕ ਬਰਤਨ ਹੈ, ਭਾਂਡਾ ਹੈ। ਜਿਵੇਂ ਜਾਂ ਇਹਦੇ ਵਿੱਚ ਪਾਓਗੇ, ਪਰੋਸੋਗੇ, ਉਹਨੂੰ ਕੋਈ ਮਤਲਬ ਨਹੀਂ, ਜੋ ਮਰਜ਼ੀ ਪਾ ਦਿਓ। ਅੰਮ੍ਰਿਤ ਪਾ ਦਿਓ, ਦੁੱਧ ਪਾ ਦਿਓ, ਘਿਓ ਪਾ ਦਿਓ, ਪਾਣੀ ਪਾ ਦਿਓ, ਸ਼ਰਾਬ ਪਾ ਦਿਓ, ਤੇ ਭਾਂਡਾ ਹੀ ਹੈ। ਹੁਣ ਮੇਰੇ ਸਾਹਿਬਾਂ ਨੇ ਜਾਣਿਆ ਵੀ ਇਸ ਬਰਤਨ, ਇਸ ਰਾਗਾਂ ਦੇ ਆਧਾਰਿਤ ਲੋਕ ਬੜੇ ਵਿਕਾਰਾਂ ਵਾਲੇ ਪਾਸੇ ਜਾ ਰਹੇ ਨੇ, ਮਾੜੇ ਪਾਸੇ ਜਾ ਰਹੇ ਨੇ। ਜਿੱਥੇ ਰਾਗ ਹੋਵੇ ਲੋਕ ਉੱਥੇ ਬੜੇ ਇਕੱਠੇ, ਜਿੱਥੇ ਗਾਇਆ ਜਾਂਦਾ ਹੋਵੇ ਲੋਕ ਬੜੇ ਇਕੱਠੇ ਹੋ ਜਾਂਦੇ ਨੇ। ਮੇਰੇ ਪਾਤਸ਼ਾਹ ਨੇ ਇਸ ਭਾਂਡੇ ਦੇ ਵਿੱਚ ਅੰਮ੍ਰਿਤ ਪਾ ਦਿੱਤਾ, ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ, ਕਿਉਂਕਿ ਇਸ ਰਾਗਾਂ ਦੇ ਆਧਾਰਿਤ ਲੋਕਾਂ ਨੂੰ ਰੱਬ ਨਾਲ ਜੋੜਿਆ ਜਾਵੇ, ਪਰਮਾਤਮਾ ਦੇ ਨਾਲ ਜੋੜਿਆ ਜਾਵੇ। ਗੁਰੂ ਕੀ ਬਾਣੀ ਦਾ ਅੰਮ੍ਰਿਤ ਪਾ ਦਿੱਤਾ, ਅੰਮ੍ਰਿਤ ਪਾਇਆ ਤੇ ਉਸ ਮਾਲਕ ਦੇ ਨਾਲ ਪਰਮਾਤਮਾ ਦੀ ਸਿਫਤ ਗਾਉਣ ਦਾ ਇਹ ਸਾਨੂੰ ਤਰੀਕਾ ਜਣਾਇਆ। ਪਰ ਗੁਰੂ ਪਿਆਰਿਓ, ਅੱਜ ਵੀ ਅਸੀਂ ਜਿੱਥੇ ਅੰਮ੍ਰਿਤ ਪਾਇਆ ਹੁੰਦਾ ਹੈ ਨਾ, ਉੱਥੇ ਅਸੀਂ ਹੋਰ ਕੁਝ ਵੀ ਪਾ ਜਾਂਦੇ ਹਾਂ। ਜਿੱਥੇ ਅੰਮ੍ਰਿਤ ਪਾਇਆ ਹੋਵੇ ਨਾ, ਅਸੀਂ ਹੋਰ ਕੁਝ ਵੀ ਪਾ ਜਾਂਦੇ ਹਾਂ। ਮੀਨਸ ਕਹਿਣ ਤੋਂ ਭਾਵ ਜਦੋਂ ਕੀਰਤਨ ਚੱਲਦਾ ਹੈ, ਜਦੋਂ ਬਾਣੀ ਦਾ ਪ੍ਰਵਾਹ ਚੱਲਦਾ ਹੈ, ਨਾਲ ਗੰਦੇ ਗੀਤ ਦੇ ਵੀ ਵਿੱਚ ਮਿਊਜ਼ਿਕ ਵਜਾ ਜਾਂਦੇ ਆ, ਤੇ ਫਿਰ ਉਸੇ ਵੇਲੇ ਧਿਆਨ ਉਹਨਾਂ ਦਾ ਉੱਥੇ ਪਹੁੰਚ ਜਾਂਦਾ। ਚੱਲ ਗੁਰਬਾਣੀ ਰਹੀ ਹੈ, ਇਸ਼ਾਰਾ ਉਧਰ ਵੀ ਦੇ ਗਏ, ਤੇ ਜਿਹੜੇ ਸੁਣਨ ਵਾਲੇ ਹੁੰਦੇ ਨੇ ਕਹਿੰਦੇ ਨੇ ਫਲਾਣੀ ਫਿਲਮ ਦਾ ਗੀਤ ਹੈ, ਇਹ ਫਲਾਣੀ ਥਾਂ ਦੀ ਤਰਜ ਹੈ, ਫਲਾਣੀ ਸ਼ਬਦ, ਫਲਾਣੇ ਦਾ ਗੀਤ ਹੈ। ਹੁਣ ਗੱਲ ਕੀ ਹੈ? ਮੇਰੇ ਮਾਲਕ ਨੇ ਕਿਹਾ ਜਿਵੇਂ ਜਾਂ ਜਿਹੜੇ ਭਾਂਡੇ ਦੇ ਵਿੱਚ, ਬਰਤਨ ਦੇ ਵਿੱਚ ਪਾਏਗਾ, ਜਿਹੜੀ ਵਸਤੂ ਪਾਏਗਾ ਉਹੀ ਨਿਕਲਣੀ ਹੋ। ਇਸ ਬਰਤਨ ਦੇ ਵਿੱਚ, ਇਸ ਰਾਗ ਰੂਪੀ ਬਰਤਨ ਦੇ ਵਿੱਚ ਗੁਰੂ ਨੇ ਬਾਣੀ ਪਰੋਸ ਕੇ ਪਾ ਦਿੱਤੀ, ਤੇ ਜਦੋਂ ਬਾਣੀ ਦਾ ਪ੍ਰਵਾਹ ਚੱਲਦਾ ਹੈ ਫਿਰ ਅੰਦਰ ਅੱਗ ਨਹੀਂ ਲੱਗਦੀ, ਅੱਗ ਲੱਗੀ ਹੋਈ ਬੁਝਦੀ ਹੈ, ਬੁਝ ਜਾਂਦੀ ਹੈ। ਮੇਰੇ ਸਾਹਿਬ ਜੀ ਤਾਂ ਸਾਨੂੰ ਕਹਿ ਰਹੇ ਨੇ, ਹਰ ਕੀਰਤਨ ਸੁਣੈ ਕੰਨਾਂ ਨਾਲ, ਹਰ ਪਰਮਾਤਮਾ ਦਾ ਜਸ ਰਾਗਾਂ ਦੇ ਰਾਹੀਂ ਗੁਰੂ ਸ਼ਬਦ ਨੂੰ ਸੁਣੇ, ਹਰ ਕੀਰਤਨ ਗਾਵੇ। ਫਿਰ ਕੀ ਹੋਵੇਗਾ ਜੀ? ਇਹ ਕੰਮ ਕਰਿਆ ਤਿਸ ਜਨ
ਦੁਖ ਨਿਕਟ ਨਾ ਆਵੈ। ਤਿਸ ਜਨ ਉਸ ਮਨੁੱਖ ਨੂੰ ਦੁਖ ਨਿਕਟ ਨਾ ਆਵੈ। ਲੱਗਣਾ ਤੇ ਬੜੀ ਦੂਰ ਦੀ ਗੱਲ ਰਹਿ ਗਈ, ਉਹਦੇ ਨੇੜੇ ਵੀ ਨਹੀਂ ਆ ਸਕਦਾ, ਉਹਨੂੰ ਸਪਰਸ਼ ਵੀ ਨਹੀਂ ਕਰ ਸਕਦਾ। ਤਿਸ ਜਨ, ਪਰ ਗੱਲ ਕੀ ਹੈ? ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ। ਜਿਹੜਾ ਗੁਰੂ ਦੀ ਬਾਣੀ ਨੂੰ ਕੀਰਤਨ ਦੁਆਰਾ ਕੰਨਾਂ ਨਾਲ ਸੁਣਦਾ ਹੈ, ਇਹ ਨਹੀਂ ਹੈ ਵੀ ਹੋਰ ਕੁਝ ਸੁਣੀ ਤੁਰਿਆ ਜਾਵੇ ਨਾ। ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਕੀਰਤਨ ਰਾਹੀਂ ਸੁਣੇ ਤੇ ਫਿਰ ਉਹਨੂੰ ਗੁਣ ਗਣਾਵੇ। ਅੱਜ ਸਾਡੇ ਨਿੱਕੇ ਨਿੱਕੇ ਨਿਆਣੇ ਇੰਟਰਨੈਟ ਤੋਂ ਗਾਣੇ ਸੁਣਦੇ ਨੇ ਨਾ, ਨਿੱਕੇ ਨਿੱਕੇ ਨੂੰ ਸਮਝਾਉਣ ਦੀ, ਗਾਉਣ ਦੀ ਪਤਾ ਨਹੀਂ ਕਿੱਥੋਂ ਤਰੀਕਾ ਆ ਜਾਂਦਾ। ਸਾਨੂੰ ਤੇ ਗਾਉਣਾ ਨਹੀਂ ਆਉਂਦਾ, ਉਹ ਨਿੱਕੇ ਨਿੱਕੇ ਹੀ ਗਾਉਂਦੇ ਫਿਰਦੇ ਨੇ, ਕਿਉਂਕਿ ਉਵੇਂ ਜਿਹਾ ਮਾਹੌਲ ਬਣਿਆ ਹੁੰਦਾ ਹੈ। ਉਹ ਸਦਾ ਸਾਰਾ ਦਿਨ ਇੰਟਰਨੈਟ ਚਾਲੂ ਹੁੰਦਾ ਹੈ, ਘਰ ਵਿੱਚ ਟੀਵੀ ਲੱਗੀ ਹੁੰਦੀ ਹੈ, ਮਿਊਜ਼ਿਕ ਚੱਲ ਰਿਹਾ ਹੁੰਦਾ ਹੈ, ਗੰਦੇ ਬੋਲ, ਫਿਰ ਨਿਆਣਿਆਂ ਦੇ ਕੰਨਾਂ 'ਚ ਉਹ ਆਵਾਜ਼ ਪੈਂਦੀ ਹੈ, ਫਿਰ ਉਹੋ ਹੀ ਗਾਉਣ ਲੱਗ ਪੈਂਦੇ, ਫਿਰ ਉਹੋ ਹੀ ਰਮਜ ਉਹਨਾਂ ਦੇ ਅੰਦਰ ਚੱਲਣ ਲੱਗ ਪੈਂਦੀ ਹੈ, ਬੋਲ ਉਹਨਾਂ ਦੇ ਅੰਦਰ ਜਿਹੜਾ ਨੇ ਵਿਕਾਸ ਕਰਨ ਲੱਗ ਪੈਂਦੇ ਨੇ, ਫਿਰ ਉਸ ਪਾਸੇ ਉਹ ਤੁਰ ਪੈਂਦੇ ਨੇ। ਪਰ ਜੇ ਸਿੱਖਾ ਸਾਰਾ ਦਿਨ ਤੇਰੇ ਘਰ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਰਵੇ, ਜੇ ਤੂੰ ਆਪ ਪੜ੍ਹ ਸਕਦਾ ਹੈ ਆਪ ਪੜ੍ਹ, ਬਾਣੀ ਦਾ ਜਾਪ ਕਰ, ਜੇ ਨਹੀਂ ਤੇ ਜਿੱਥੇ ਇਹ ਗੰਦੇ ਗੀਤਾਂ ਦੀ ਤੂੰ ਲਾਈ ਹੋਈ ਹੋ ਕੈਸਟ, ਉੱਥੇ ਗੁਰੂ ਸੁਖਮਨੀ ਸਾਹਿਬ ਦਾ ਪਾਠ ਲਾ ਛੱਡ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਦਾ ਸ਼ਬਦ ਲਾ ਛੱਡ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਅਸੀਂ ਰੋਜ਼ ਪੜ੍ਹਦਿਆਂ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ, ਬਿਖਿਆਨ ਸਿਉ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਾਸ। ਫਿਰ ਇਹ ਚੀਜ਼ ਲਾ ਦੇ ਤੇ ਫਿਰ ਤੇਰੇ ਅੰਦਰ ਇਹ ਗੂੰਜਦੀ ਰਵੇ, ਤੇਰੇ ਅੰਦਰ ਚੱਲਦੀ ਰਵੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਸੁਖ ਦੁੱਖ, ਆ ਅਗਲੀਆਂ ਪੰਕਤੀਆਂ ਨੇ, ਮੈਂ ਵਿੱਚੋਂ ਇਹ ਨਾ ਕਹਿਣਾ ਵੀ ਭਾਈ ਵਿੱਚੋਂ ਛੱਡ ਕੇ ਤੇ ਅੱਗੇ ਜਾ ਕੇ ਗਾਉਣਾ ਸ਼ੁਰੂ ਕਰ ਦਿੱਤਾ, ਮੈਂ ਸਿਰਫ ਉਦਾਹਰਣ ਲੈ ਰਿਹਾ। ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਲੋਭ ਮੋਹ ਅਭਿਮਾਨ, ਜਿਹੜੇ ਉਸ ਮਾਲਕ ਨੂੰ ਗਾਉਂਦੇ ਨੇ, ਉਸ ਮਾਲਕ ਦਾ ਕੀਰਤਨ ਕਰਦੇ ਨੇ, ਉਸ ਮਾਲਕ ਨਾਲ ਜੁੜੇ ਹੋਏ ਨੇ, ਸੁਖ ਦੁੱਖ ਜਹ ਪਰਸੈ ਨਹੀਂ, ਲੋਭ ਮੋਹ ਤੇ ਅਭਿਮਾਨ। ਲੋਭ ਸਾਨੂੰ ਸਤਾ ਰਿਹਾ ਹੈ, ਮੋਹ ਦੇ ਵਿੱਚ ਅਸੀਂ ਵਿਲਕ ਰਹੇ ਹਾਂ, ਅਭਿਮਾਨ ਕਰਕੇ ਅਸੀਂ ਤੜਫ ਰਹੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਨਾ ਉਸ ਦੇ ਲਾਗੇ ਲੋਭ ਆਏਗਾ, ਨਾ ਉਸ ਨੂੰ ਮੋਹ ਸਤਾਏਗਾ, ਤੇ ਨਾ ਹੀ ਹੰਕਾਰ ਜਿਹੜਾ ਉਹਦੇ ਅੰਦਰ ਕੰਡਾ ਬਣ ਕੇ ਚੁੱਭੇਗਾ। ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹੰਕਾਰ ਸਾਡੇ ਅੰਦਰ ਇੱਕ ਸੂਈ ਬਣ ਕੇ ਚੁੱਭ ਰਿਹਾ ਹੈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਸੁਖ ਦੁੱਖ ਜਹ ਪਰਸੈ ਨਹੀਂ। ਕਿਵੇਂ ਨਹੀਂ ਪਰਸੈ? ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਉਸ ਮਨੁੱਖ ਦੇ ਨੇੜੇ ਦੁੱਖ ਨਿਕਟ ਨਾ ਆਵੈ। ਉਸ ਮਨੁੱਖ ਦੇ ਨੇੜੇ ਦੁੱਖ ਆ ਹੀ ਨਹੀਂ ਸਕਦਾ। ਬਈ ਆਹ ਤੇ ਗੱਲ ਬੜੀ ਔਖੀ ਜੀ ਹੈ। ਦੁੱਖ ਤੇ ਸੁੱਖ ਦੋਵੇਂ ਕੱਪੜੇ ਨੇ। ਹੁਣ ਮੈਨੂੰ ਹੁਣੇ ਕੋਈ ਕੁਐਸਚਨ ਕਰ ਦੇਗਾ ਵੀ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਦੁੱਖ ਨੇੜੇ ਨਹੀਂ ਆਏ। ਭਾਈ ਮਤੀ ਦਾਸ ਬੰਦਗੀ ਨਹੀਂ ਸੀ ਕਰਦਾ, ਉਹਨਾਂ ਦੇ ਤਨ ਦੇ ਉੱਤੇ ਆਰਾ ਕਿਉਂ ਚੱਲ ਗਿਆ? ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ ਕਿਉਂਕਿ ਸਾਡਾ ਜਿਹੜਾ ਨਾ ਦਿਮਾਗ ਥੋੜਾ ਜਿਹਾ ਟੇਢਾ ਚੱਲਦਾ ਹੈ, ਤੇ ਅਸੀਂ ਉਹਦੇ ਕੁਐਸਚਨ ਦੇ ਵਿੱਚੋਂ ਹੋਰ ਪਾਸੇ ਚੱਲਨੇ ਆ। ਤੇ ਨੈਗੇਟਿਵ, ਮੈਂ ਕਹਿੰਦਾ ਜੇ ਨੈਗੇਟਿਵ ਸੋਚੀਏ ਤੇ ਨੈਗੇਟਿਵ ਹੁੰਦਾ ਹੈ, ਜੇ ਪੋਜ਼ਿਟਿਵ ਸੋਚੀਏ ਤੇ ਕੰਮ ਪੋਜ਼ਿਟਿਵ ਹੋਏਗਾ। ਅਸੀਂ ਨੈਗੇਟਿਵ ਪਾਸੇ ਜਾਂਦੇ ਆ, ਮੱਛੀ ਪੁੱਠੇ ਪਾਸੇ ਤਰਦੀ ਹੈ, ਪੁੱਠੇ ਪਾਸੇ ਨੂੰ ਅਸੀਂ ਛੇਤੀ ਜਾਂਦੇ ਆ। ਅਸੀਂ ਇਹ ਜਿਹੜੇ ਸਵਾਲ ਜਵਾਬ ਜ਼ਿਆਦਾ ਕਰਦੇ ਆ, ਸੱਚ ਜਾਣਿਓ
ਇਹ ਜਿਹੜੇ ਸੰਸਾਰ ਦੇ ਸੁੱਖ ਤੇ ਦੁੱਖ ਦੋਵੇਂ ਕੱਪੜੇ ਨੇ, ਪੈਰੇ ਜਾਏ ਮਨੁੱਖ। ਇਸ ਤਨ ਦੇ ਦੁੱਖ ਦੀ ਗੱਲ ਨਹੀਂ ਹੈ, ਇੱਥੇ ਮਨ ਦੇ ਦੁੱਖ ਦੀ ਗੱਲ ਹੈ। ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹਨਾਂ ਨੂੰ ਆਰਾ ਵੀ ਪਿਆਰਾ ਲੱਗਦਾ ਹੈ। ਉਹ ਕਹਿੰਦੇ ਨੇ ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਆਰੇ ਦੇ ਦੰਦੇ ਪਿਆਰੇ ਲੱਗਦੇ ਨੇ ਦਾਤਿਆ, ਪਰ ਤੇਰੀ ਪਿੱਠ ਨਹੀਂ ਹੋਣੀ ਚਾਹੀਦੀ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ, ਹੋਂ ਵਾਰੀ ਮੁਖ ਫੇਰ ਪਿਆਰੇ। ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਮੈਨੂੰ ਕਰਵਟ ਨਾ ਦਈ। ਜੇ ਤੂੰ ਮੈਨੂੰ ਪਿੱਠ ਦੇ ਦਿੱਤੀ ਤੇ ਮੈਂ ਮਰ ਜਾਵਾਂਗਾ, ਮੈਨੂੰ ਪਿੱਠ ਨਾ ਦੇਈ ਮੇਰੇ ਮਾਲਕਾ, ਭਾਵੇਂ ਬੰਦ ਕੱਟੇ ਜਾਣ। ਕਿਉਂ? ਬੰਦ ਕੱਟੇ ਜਾਣ, ਮੈਨੂੰ ਇਹਦੀ ਪੀੜ ਨਹੀਂ ਹੁੰਦੀ, ਪਰ ਜੇ ਤੂੰ ਮੈਨੂੰ ਕਰਵਟ ਦੇ ਦੇ ਤੇ ਫਿਰ ਮੈਨੂੰ ਬੜੀ ਦਰਦ ਹੁੰਦੀ ਹੈ। ਧਿਆਨ ਦਿਆ ਜੇ, ਇਹ ਵਿਸ਼ਾ ਬੜਾ ਲੰਮੇਰਾ ਹੈ। ਜੇ ਮੈਂ ਇਸ ਨੂੰ ਛੇੜ ਲਿਆ ਤੇ ਸਮਾਂ ਬਹੁਤ ਲੱਗ ਜਾਣਾ। ਮਿੰਟ ਮੇਰੇ ਕੋਲ 3 ਰਹਿ ਗਏ ਨੇ। ਮੇਰੇ ਸਾਹਿਬ ਜੀ ਦੇ ਇਸ ਤੁਕਾਂ ਦੇ ਮੈਂ ਅਰਥ ਕਰ ਸਕਾਂ। ਤਿਸ ਜਨ ਦੁੱਖ ਨਿਕਟ ਨਹੀਂ ਆਵੇ, ਉਸ ਮਨੁੱਖ ਦੇ ਨੇੜੇ ਦੁੱਖ ਨਹੀਂ ਜਿਉਂਦੇ। ਜਿਹੜਾ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ। ਹਰ ਕੀ ਟਹਿਲ ਕਰੋ, ਹਰ ਕੀ ਟਹਿਲ ਕਰਤ ਜਨ ਸੋ ਹੈ। ਜਨ ਸੋ ਹੈ, ਸੋ ਹੈ ਤੋਂ ਭਾਵ ਹੈ ਉਹਦਾ ਜੀਵਨ ਸੋਹਣਾ ਬਣ ਜਾਂਦਾ ਹੈ, ਉਹਦਾ ਜੀਵਨ ਸੁੰਦਰ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਉਹ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਕਿਹੜਾ ਜੀ? ਹਰ ਕੀ ਟਹਿਲ ਕਰਤ। ਟਹਿਲ, ਟਹਿਲ ਦਾ ਅਰਥ ਕਰਾਂਗੇ ਸੇਵਾ ਤੇ ਸਿਮਰਨ। ਜਿਹੜਾ ਸੇਵਾ ਤੇ ਸਿਮਰਨ ਵਿੱਚ ਜੁੜ ਜਾਂਦਾ ਹੈ, ਜਨ ਸੋ ਹੈ, ਮੇਰਾ ਮਾਲਕ ਕਹਿੰਦਾ ਉਹਦਾ ਜੀਵਨ ਸੋਹਣਾ ਬਣ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਤਾਂ ਕਉ ਮਾਇਆ ਅਗਨ ਨਾ ਪੋਹੈ, ਤਾਂ ਕਉ ਉਸ ਮਨੁੱਖ ਨੂੰ। ਤਾਂ ਕਉ ਦਾ ਅਰਥ ਕਰਾਂਗੇ, ਮੈਂ ਇੱਕ ਸ਼ਬਦ ਤਾਂ ਬੋਲਦਾ ਵੀ ਜਦੋਂ ਤੁਸੀਂ ਘਰ ਜਾ ਕੇ ਸ਼ਬਦ ਦੀ ਕਿਰੇ ਵਿਚਾਰ ਵੇਖੋ, ਇਸ ਨੂੰ ਵਿਚਾਰ ਨਾਲ ਜੁੜੋ, ਤੇ ਮੈਂ ਨਾਮ ਹੀ ਪੜਾਂ ਤੇ ਮੈਂ ਸਿੱਧੇ ਅਰਥ ਕਰਾਂ ਤੇ ਛੇਤੀ ਪਕੜ 'ਚ ਨਹੀਂ ਆਏਗਾ। ਹਾਂ, ਇੱਥੇ ਸਮਝ ਥੋੜੀ ਬਹੁਤੀ ਆਏਗੀ, ਅੱਗੇ ਵਾਸਤੇ ਨਹੀਂ। ਤਾਂ ਕਹੋ, ਇਹਦੇ ਮੈਂ ਅੱਖਰਾਂ ਦੇ ਅਰਥ ਤਾਂ ਕਰਦਾ ਵੀ ਜਦੋਂ ਆਪ ਨੂੰ ਵੀ ਕਰਨੇ ਪੈਣ ਤੇ ਸਮਝ ਛੇਤੀ ਆ ਜਾਵੇ। ਤਾਂ ਕਹੋ ਉਸ ਮਨੁੱਖ ਨੂੰ ਮਾਇਆ ਅਗਨ ਨਾ ਪੋਹੈ, ਉਸ ਮਨੁੱਖ ਨੂੰ ਜਿਹੜਾ ਰੱਬ ਦਾ ਸਿਮਰਨ ਤੇ ਬੰਦਗੀ ਵਿੱਚ ਜੁੜਿਆ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਅਗਨ ਨਾ ਪੋਹੈ। ਤ੍ਰਿਸ਼ਨਾ ਦੀ ਜਿਹੜੀ ਅੱਗ ਹੈ, ਅੱਗ ਬੜੀ ਹੈ ਨਾ, ਅੱਗ ਕਈ ਪ੍ਰਕਾਰ ਦੀ ਹੈ। ਮਨੁੱਖ ਨੂੰ ਤ੍ਰਿਸ਼ਨਾ ਦੀ ਅੱਗ ਸਾੜਦੀ ਰਹਿੰਦੀ ਹੈ, ਤੇ ਸਾਨੂੰ ਸਾਰਿਆਂ ਨੂੰ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਜਿਹੜੀ ਬਾਹਰ ਦੀ ਅੱਗ ਨਹੀਂ। ਬਾਹਰ ਦੀ ਅੱਗ ਜਦੋਂ ਜ਼ਿਆਦਾ ਪਵੇ ਤੇ ਅਸੀਂ ਅੰਦਰਾਂ 'ਚ ਵੜ ਜਾਂਦੇ ਆ, ਏਸੀ ਸਾਡੇ ਕੂਲਰ ਚੱਲਦੇ ਹੁੰਦੇ ਨੇ, ਬਾਹਰ ਦੀ ਅੱਗ ਦੀ ਇੰਤਜ਼ਾਮ ਕਰ ਲੈਂਦੇ ਆ। ਪਰ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਉਹ ਨਾ ਦਿਨੇ ਰੁਕਣ ਦਿੰਦੀ ਹੈ ਨਾ ਰਾਤ ਰੁਕਣ ਦਿੰਦੀ ਹੈ। ਉਹ ਬੈੱਡ ਤੇ ਪਿਆਂ ਵੀ ਲੱਗੀ ਹੋਈ ਹੈ, ਉਹ ਤੁਰਿਆਂ ਫਿਰਿਆਂ ਵੀ ਲੱਗੀ ਹੋਈ ਹੈ, ਤੇ ਸਾਨੂੰ ਦਿਨੇ ਰਾਤ ਸਾੜ ਰਹੀ ਹੈ। ਮੇਰੇ ਸਾਹਿਬ ਜੀ ਕਹਿ ਰਹੇ ਨੇ ਹਰ ਕੀ ਟਹਿਲ ਕਰਤ ਜਨ ਸੋ ਹੈ, ਤਾਂ ਕੋ ਮਾਇਆ ਅਗਨ ਨਾ ਪੋਹੈ। ਮਨ ਤਨ ਮੁਖ ਹਰ ਨਾਮ ਦਿਆਲ। ਦਇਆਲ, ਦਿਆਲ ਹੀ ਪੜ੍ਹਨੇ ਅਸੀਂ ਕਈ ਵਾਰੀ ਪਾਠ, ਸਿੱਧਾ ਹੀ ਦਿਆਲ। ਦਇ ਈੜੀ ਲਾ ਕੇ ਦਇਆਲ, ਦਇਆਲਿਆ, ਦਇਆ ਦੇ ਘਰ ਪਰਮਾਤਮਾ। ਭਾਈ ਜਿਸ ਦੇ ਹਿਰਦੇ ਘਰ ਦੇ ਵਿੱਚ ਉਹ ਪਰਮਾਤਮਾ ਵਸ ਜਾਂਦਾ ਹੈ, ਮਨ ਅਤੇ ਤਨ, ਸਰੀਰ, ਮੁਖ। ਜਿਹਦੇ ਮੁਖ ਵਿੱਚ ਹੈ, ਤਨ ਵਿੱਚ ਤੇ ਮਨ ਵਿੱਚ ਰੱਬ ਦਾ ਨਾਮ ਵਸਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਨਾਨਕ ਤਜੀਲੇ ਅਵਰ ਜੰਜਾਲ, ਉਹ ਸਾਰੇ ਜੰਜਾਲਾਂ ਦੇ ਵਿੱਚੋਂ ਦਾ ਛੁਟਕਾਰਾ ਹੋ ਜਾਂਦਾ ਹੈ। ਜਨ ਜਾਲ, ਇੱਕ ਹੁੰਦਾ ਪਸ਼ੂਆਂ ਪਕਸ਼ੀਆਂ ਨੂੰ ਜਾਲ ਵਿੱਚ ਫਸਾਉਣ ਵਾਲਾ ਜਾਲ, ਇਹਨੂੰ ਇੱਥੇ ਮੇਰੇ ਪਾਤਸ਼ਾਹ ਨੇ ਕਿਹਾ ਜੰਜਾਲ। ਤੇ ਇੱਥੇ ਇਹਦੇ ਅਰਥ ਕਰ ਦਿਓ ਜਨ ਜਾਲ। ਜਨ ਤੋਂ ਭਾਵ ਹੈ ਮਨੁੱਖਾਂ ਨੂੰ ਫਸਾਉਣ ਵਾਲਾ। ਤੇ ਮਨੁੱਖ ਜਾਲ ਵਿੱਚ ਜਦੋਂ ਫਸ ਜਾਂਦਾ ਹੈ ਨਾ, ਜਿਵੇਂ ਪਕਸ਼ੀ ਨਹੀਂ ਖੰਭ ਮਾਰਦਾ, ਧਿਆਨ ਦਿਆ ਜੇ, ਐਵੇਂ ਮਨੁੱਖ ਮਾਰਦਾ ਰਹਿੰਦਾ ਹੈ। ਪਰ ਬੰਦਾ ਸਾਰੇ ਅਸੀਂ ਫਸੇ ਸਾਰੇ ਹੀ ਆ, ਪਰ ਸਾਨੂੰ ਪਤਾ ਕੋਈ ਨਹੀਂ। ਇਹ ਪਤਾ ਤਾਂ ਲੱਗੇਗਾ ਜਦੋਂ ਗੁਰੂ ਦੀ ਕਿਰਪਾ ਹੋਵੇਗੀ,
ਜਦੋਂ ਗੁਰੂ ਦੀ ਬਖਸ਼ਿਸ਼ ਹੋਵੇਗੀ। ਗੁਰੂ ਦੀ ਬਖਸ਼ਿਸ਼ ਤਾਂ ਹੋਵੇਗੀ ਜਦੋਂ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।